ਖਬਰਾਂ ਵਿੱਚੋਂ ਖਬਰ ਸੁਣੀ, ਖਬਰ ਦੇ ਵਿੱਚ ਜ਼ਮੀਨ ਦੇ ਉੱਤੇ ਕਬਜ਼ਾ ਹੋਇਆ ਜੋ ਪੰਚਾਇਤ ਅਧੀਨ। ਚਿੱਠੀਆਂ ਲਿਖੀਆਂ ਜਾ ਰਹੀਆਂ ਜਿਵੇਂ ਮੱਝ ਦੇ ਮੁਰੇ ਬੀਨ। ਅਫਸਰਸ਼ਾਹੀਆਂ ਪੰਜਾਬ ਦੀਆਂ ਕਿਹੜੇ ਕੰਮ 'ਚ ਲੀਨ? ਦੱਸੋ ਸਰਕਾਰ ਪੰਜਾਬ ਦੀ ਕਿਹੜੇ ਕੰਮ 'ਚ ਲੀਨ? ਸਤਿ ਸ਼੍ਰੀ ਅਕਾਲ ਜੀ। ਪੰਜਾਬ ਟੂਡੇ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਸਾਡੇ ਐਕਸਕਲੂਸਿਵ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ। ਸੋ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਡੇ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਹਰ ਤਰੀਕੇ ਦੇ ਮਾਫੀਆ ਨਾ ਪੰਜਾਬ ਦੇ ਵਿੱਚ। ਜੇ ਲੈਂਡ ਮਾਫੀਆ ਦੀ ਗੱਲ ਕਰੀਏ, ਪੰਚਾਇਤੀ ਜ਼ਮੀਨ ਹੈ ਜਿਹੜੀ ਸਰਕਾਰ ਦੇ ਅਧੀਨ ਹੈ, ਉਹਨਾਂ ਪੰਚਾਇਤੀ ਜ਼ਮੀਨਾਂ ਤੇ ਜਾਂ ਹੋਰ ਗ੍ਰਾਮ ਪੰਚਾਇਤ ਦੀ ਜ਼ਮੀਨਾਂ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ ਤੇ ਸੁਣਨ ਚ ਆਉਂਦਾ ਵੀ ਚਿੱਠੀਆਂ ਵੀ ਲਿਖੀਆਂ ਜਾ ਰਹੀਆਂ ਨੇ, ਪਰ ਹਦਾਇਤਾਂ ਦੀ ਪਾਲਣਾ ਨਹੀਂ ਹੋ ਰਹੀ। ਸੇ ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਚਿੱਠੀ ਦੇ ਟਾਈਟਲ ਦੇ ਵਿੱਚ, ਚਿੱਠੀ ਦੇ ਸਬਜੈਕਟ ਦੇ ਵਿੱਚ ਇਹ ਲਿਖਿਆ ਹੋਇਆ ਕਿ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਮਿਲੀ ਭੁਗਤ ਦੇ ਨਾਲ ਪੰਚਾਇਤੀ ਜ਼ਮੀਨਾਂ ਤੇ ਕਬਜ਼ਾ ਜਿਹੜਾ ਉਹਨੂੰ ਨਹੀਂ ਛਡਵਾਇਆ ਜਾ ਰਿਹਾ। ਹਾਲੇ ਤੱਕ ਜਿਹੜਾ ਸਾਡੇ ਕੋਲ ਅੰਕੜਾ ਹੈ ਉਹ ਜਲੰਧਰ ਡਿਵੀਜ਼ਨ ਦਾ ਸਿਰਫ ਜਲੰਧਰ ਡਿਵੀਜ਼ਨ ਦੇ ਵਿੱਚ 10,576 ਏਕੜ 10,576 ਏਕੜ ਜ਼ਮੀਨ ਤੇ ਪੰਚਾਇਤੀ ਜ਼ਮੀਨ ਤੇ ਕਬਜ਼ਾ ਕੀਤਾ ਹੋਇਆ, ਨਜਾਇਜ਼ ਕਬਜ਼ਾ ਜਿਹੜਾ ਉਹਦਾ ਮਾਲੀਆ ਜਿਹੜਾ ਉਹ ਸਰਕਾਰ ਨੂੰ ਨਹੀਂ ਮਿਲ ਰਿਹਾ, ਨਾ ਹੀ ਪੰਚਾਇਤ ਨੂੰ ਮਿਲ ਰਿਹਾ। ਹੁੰਦਾ ਕੀ ਹੈ ਕਿ ਪੰਚਾਇਤੀ ਜ਼ਮੀਨ ਤੋਂ ਜਿਹੜਾ ਵੀ ਮਾਲੀਆ ਇਕੱਠਾ ਹੁੰਦਾ, ਜਿਹੜਾ ਪੈਸਾ ਇਕੱਠਾ ਹੁੰਦਾ, ਉਹ ਪੈਸੇ ਨਾਲ ਹੀ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਤੇ ਡਿਵੈਲਪਮੈਂਟ ਦਾ ਕੰਮ ਵੀ ਹੁੰਦਾ। 30% ਤਨਖਾਹ ਦੇ ਲਈ ਯੂਜ਼ ਹੁੰਦਾ ਅਤੇ 70% ਡਿਵੈਲਪਮੈਂਟ ਦੇ ਲਈ ਯੂਜ਼ ਹੁੰਦਾ। ਅਤੇ ਪਿੰਡਾਂ ਦੀ ਡਿਵੈਲਪਮੈਂਟ ਕਿੱਥੇ ਰੁਕੀ ਹੋਈ ਹੈ? ਉਹ ਇੱਥੇ ਰੁਕੀ ਹੋਈ ਹੈ। ਸਰਕਾਰੀ ਅਫਸਰਾਂ ਦੀਆਂ, ਅਧਿਕਾਰੀਆਂ ਦੀਆਂ, ਪੰਚਾਇਤ ਡਿਪਾਰਟਮੈਂਟ ਦੇ ਤਨਖਾਹਾਂ ਕਿੱਥੇ ਰੁਕੀਆਂ? ਇੱਥੇ ਰੁਕੀਆਂ। ਪੰਚਾਇਤ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ, ਕਰਮਚਾਰੀਆਂ ਨੂੰ ਤਨਖਾਹ ਦੇਣ ਦੇ ਲਈ ਐਕਸਾਈਜ਼ ਤੋਂ ਪੈਸਾ ਲਿਆ ਜਾਂਦਾ। ਲਿਕਰ ਦਾ ਜਿਹੜਾ ਪੈਸਾ ਹੁੰਦਾ ਉਹ ਪੈਸਾ ਉਹਨਾਂ ਨੂੰ ਦਿੱਤਾ ਜਾਂਦਾ, ਉਹਨਾਂ ਦੀਆਂ ਤਨਖਾਹਾਂ 'ਚ ਯੂਜ਼ ਕੀਤਾ ਜਾਂਦਾ, ਜਦ ਕਿ ਉਹ ਇੱਥੋਂ ਇਕੱਠਾ ਕੀਤਾ ਜਾ ਸਕਦਾ। ਅਤੇ ਇਹ ਸਿੱਧੀ ਇੰਡੀਕੇਸ਼ਨ ਡਿਪਾਰਟਮੈਂਟ ਖੁਦ ਕਹਿੰਦਾ ਕਿ ਸਾਡੇ ਅਫਸਰਾਂ ਦੀ, ਸਾਡੇ ਕਰਮਚਾਰੀਆਂ ਦੀ ਮਿਲੀ ਭਗਤ ਹੈ। ਉਹ ਚਾਹੁੰਦੇ ਨਹੀਂ ਕੰਮ ਕਰਨਾ, ਉਹ ਕਾਰਵਾਈ ਕਰਨਾ ਚਾਹੁੰਦੇ ਨਹੀਂ। ਜੇ ਕਿਸੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਹੈ ਜਿਹਦਾ ਪੈਸਾ ਪੰਚਾਇਤ ਨੂੰ ਨਹੀਂ ਮਿਲ ਰਿਹਾ, ਕੋਈ ਵੀ ਪ੍ਰਾਈਵੇਟ ਪਰਸਨ ਉਹਦੇ 'ਤੇ ਕਬਜ਼ਾ ਕਰਕੇ ਉਹਨੂੰ ਵਾਹ ਰਿਹਾ, ਖੇਤੀ ਕਰ ਰਿਹਾ ਜਾਂ ਕਿਸੇ ਹੋਰ ਕੰਮ 'ਚ ਯੂਜ਼ ਕਰ ਰਿਹਾ ਪੰਚਾਇਤੀ ਜ਼ਮੀਨ ਨੂੰ, ਅਤੇ ਉਹਦਾ ਠੇਕਾ ਦੇਣਾ ਬਣਦਾ, ਉਹਦਾ ਪੈਸਾ ਆਉਣਾ ਬਣਦਾ ਉੱਥੋਂ, ਪਰ ਨਹੀਂ ਆ ਰਿਹਾ। ਅਤੇ ਉਹਦੇ ਲਈ ਅਫਸਰ ਵੀ ਨਹੀਂ ਕੰਮ ਕਰ ਰਹੇ। ਅਤੇ ਅਫਸਰ ਕਿਉਂ ਨਹੀਂ ਕਰ ਰਹੇ? ਕਿਹਦੀ ਮਿਲੀ ਭਗਤ ਹੈ? ਅਤੇ ਜਿਹੜੇ ਉਹ ਤੋਂ ਵੀ ਹਾਇਰ ਅਥਾਰਟੀਜ਼ ਹੈ ਉਹ ਉਹਨਾਂ 'ਤੇ ਐਕਸ਼ਨ ਕਿਉਂ ਨਹੀਂ ਲੈ ਰਹੀਆਂ? ਇਹ ਵੱਡਾ ਸਵਾਲ ਹੈ ਪੰਜਾਬ ਲਈ। ਸਰ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਜਿਹੜਾ ਨਜਾਇਜ਼ ਕਬਜ਼ਾ ਹੋਇਆ, ਇਹਨੂੰ ਹਟਾਉਣ ਸੰਬੰਧੀ ਜੋ ਮੀਟਿੰਗ ਰੱਖੀ ਗਈ ਜਲੰਧਰ ਡਿਵੀਜ਼ਨ ਦੇ ਵਿੱਚ, ਸਰਕਾਰੀ ਅੰਕੜਿਆਂ ਦੀ ਤੁਸੀਂ ਗੱਲ ਕਰ ਰਹੇ ਸੀ, ਉਹਦੇ 'ਤੇ ਚਾਨਣਾ ਪਾਇਓ ਸਰ। ਬਿਲਕੁਲ ਜੀ। ਡਿਪਾਰਟਮੈਂਟ ਦੇ ਅੰਕੜੇ ਦੱਸ ਰਹੇ ਹੈ ਕਿ 2377 ਏਕੜ ਜ਼ਮੀਨ ਉਹ ਹੈ ਜਿਹਦੇ 'ਤੇ ਪੰਚਾਇਤ ਨੂੰ ਪਤਾ ਹੈ ਕਿ ਨਜਾਇਜ਼ ਕਬਜ਼ਾ ਹੋਇਆ, ਪਰ ਪੰਚਾਇਤ ਨੇ ਸ਼ਿਕਾਇਤ ਹੀ ਨਹੀਂ ਕੀਤੀ। ਫਿਰ 1637 ਏਕੜ ਜ਼ਮੀਨ ਉਹ ਹੈ ਜਿਹਦੇ 'ਤੇ ਪੰਚਾਇਤ ਨੇ ਪਤਾ ਵੀ ਹੈ, ਉਹਨਾਂ ਨੇ ਕੇਸ ਵੀ ਦਾਇਰ ਕਰਤਾ, ਕੇਸ ਲਮਕ ਰਹੇ ਹੈ। ਫਿਰ 3562 ਕੇਸ ਇਹੋ ਜਿਹੇ ਹੈ ਜਿਨ੍ਹਾਂ 'ਤੇ ਕੇਸ ਵੀ ਹੋ ਗਿਆ, ਫੈਸਲਾ ਵੀ ਆ ਗਿਆ, ਪਰ ਜ਼ਮੀਨ 'ਤੇ ਕਬਜ਼ਾ ਲੈਣ ਵਾਸਤੇ ਵਾਰੰਟੀ ਨਹੀਂ ਜਾਰੀ ਕੀਤਾ। ਅਤੇ ਉਹ ਤੋਂ ਵੀ ਹੱਦ ਦੀ ਗੱਲ ਹੈ, 2998 ਏਕੜ ਜ਼ਮੀਨ ਇਹੋ ਜਿਹੀ ਹੈ, ਫੈਸਲਾ ਵੀ ਆ ਗਿਆ ਕੇਸ ਦਾਇਰ ਹੋਣ ਤੋਂ ਬਾਅਦ, ਅਤੇ ਫੈਸਲੇ ਤੋਂ ਬਾਅਦ ਵਾਰੰਟ ਵੀ ਜਾਰੀ ਕਰਤਾ ਗਿਆ, ਪਰ ਕਬਜ਼ਾ ਹੀ ਨਹੀਂ ਲਿਆ ਗਿਆ। ਹੁਣ ਇਹ ਟੋਟਲ ਮਿਲਾ ਕੇ ਬਣਦੀ ਹੈ 10,576 ਏਕੜ ਜ਼ਮੀਨ। ਇਹ ਸਿਰਫ ਜਲੰਧਰ ਡਿਵੀਜ਼ਨ ਦੀ ਹੈ, ਇਹ ਸਿਰਫ ਜਲੰਧਰ ਡਿਵੀਜ਼ਨ ਦੀ ਹੈ। ਔਰ ਜਲੰਧਰ ਡਿਵੀਜ਼ਨ ਦੇ ਵਿੱਚ ਇਹ ਦੇਖੋ ਕਿ 24 ਚਿੱਠੀਆਂ ਜਾਰੀ ਕੀਤੀਆਂ ਗਈਆਂ ਡਿਪਾਰਟਮੈਂਟ ਵੱਲੋਂ। 24 ਚਿੱਠੀਆਂ, 24 ਲੈਟਰ ਇਸ਼ੂ ਕੀਤੇ ਗਏ ਅਤੇ ਉਹਦੇ 'ਤੇ ਅਫਸਰਾਂ ਨੂੰ ਕਿਹਾ ਗਿਆ ਕਿ ਜੀ ਤੁਸੀਂ ਦੱਸੋ ਕਿ ਕਿਹੜੀ ਜ਼ਮੀਨ ਹੈ ਜਿਹਦੇ 'ਤੇ ਕਬਜ਼ਾ ਹੋਇਆ, ਕਿਹੜੀ 'ਤੇ ਨਹੀਂ ਹੋਇਆ, ਜਿਹਦੇ 'ਤੇ ਹੋਇਆ ਤੁਸੀਂ ਕੀ ਕਾਰਵਾਈ ਕੀਤੀ। ਉਹਨਾਂ ਚਿੱਠੀਆਂ ਦਾ ਵੀ ਕੋਈ ਜਵਾਬ ਨਹੀਂ ਆਇਆ। 1 ਸਾਲ 4 ਮਹੀਨੇ ਦਾ ਟਾਈਮ ਬੀਤ ਗਿਆ। ਇਹ ਇਹਨਾਂ ਦੇ ਸਰਕਾਰੀ ਆંકੜੇ ਕਹਿੰਦੇ ਆ। ਸਰਕਾਰੀ ਚਿੱਠੀ ਦੇ ਵਿੱਚ ਲਿਖਿਆ ਹੋਇਆ ਕਿ 1 ਸਾਲ 4 ਮਹੀਨੇ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਹੀਂ ਹੋਈ। ਔਰ ਹਾਲਾਂਕਿ ਇਹ ਉਹ ਜ਼ਮੀਨ ਹੈ, ਇਹ ਉਹ ਡਿਵੀਜ਼ਨ ਹੈ ਜਿੱਥੇ ACS ਸੀਮਾ ਜੈਨ ਨੇ ਮੀਟਿੰਗ ਕੀਤੀ ਅਤੇ ਮੀਟਿੰਗ ਕਰਕੇ ਇਕੱਲੀ ਪੰਚਾਇਤ ਦੀ ਜ਼ਮੀਨ ਬਾਰੇ ਗੱਲ ਕੀਤੀ ਕਿ ਕਿਹੜੀ ਜ਼ਮੀਨ 'ਤੇ ਕਬਜ਼ਾ ਹੋਇਆ ਹੋਇਆ ਹੈ ਨਾ। ਉੱਥੇ ਸਾਰੇ ਅਧਿਕਾਰੀ ਮੌਜੂਦ ਸੀ। ਉਹਦੇ ਬਾਵਜੂਦ ਇੰਨੀ ਲਾਪਰਵਾਹੀ, ਇੰਨੀ ਅਣਗਹਿਲੀ ਅਫਸਰ ਜੇ ਕਰ ਰਹੇ ਹੈ ਤਾਂ ਕਿਸੇ ਕਾਰਨ ਹੀ ਕਰ ਰਹੇ ਹੈ। ਅਤੇ ਜੇ ਪੰਚਾਇਤਾਂ ਇਹ ਅਣਗਹਿਲੀ ਕਰ ਰਹੀਆਂ ਤਾਂ ਪੰਚਾਇਤਾਂ ਦੀ ਵੀ ਮਿਲੀ ਭੁਗਤ ਹੈ। ਇਹ ਗੱਲ ਇੱਕ ਸਿਸਟਮ ਦੀ ਹੈ, ਗੱਲ ਕਿਸੇ ਇੱਕ ਵਿਅਕਤੀ ਦੀ ਨਹੀਂ ਹੈਗੀ, ਗੱਲ ਕਿਸੇ ਅਫਸਰ ਦੀ ਨਹੀਂ ਹੈ ਇਕੱਲੇ ਦੀ, ਗੱਲ ਸਾਰੇ ਸਿਸਟਮ ਦੀ ਹੈ। ਤੁਸੀਂ ਇਹ ਦੇਖੋ, ਜੇ ਸਿਰਫ ਜਲੰਧਰ ਡਿਵੀਜ਼ਨ ਦੇ ਵਿੱਚ ਇਹ ਹਾਲ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਕੀ ਹਾਲ ਹੋਊਗਾ।
ਕਹਿ ਸਕਦੇ ਹਾਂ ਕਿ ਦੁਆਬੇ ਦੇ ਵਿੱਚ ਜ਼ਮੀਨਾਂ ਵੱਧ ਹੈ ਤੇ ਤਾਂ ਹੀ ਨਜਾਇਜ਼ ਕਬਜ਼ੇ ਵੀ ਵੱਧ ਹੈ। ਪਰ ਜੇ ਇਹ ਤੋਂ ਅੱਧੀ ਵੀ ਹੋਈ ਮਾਲਵੇ ਮਾਝੇ ਦੇ ਵਿੱਚ ਤਾਂ ਪੂਰੇ ਪੰਜਾਬ ਦੇ ਵਿੱਚ ਮਿਲਾ ਕੇ ਕਿੰਨਾ ਨਜਾਇਜ਼ ਕਬਜ਼ਾ ਹੋਊਗਾ ਤੇ ਉਹਦਾ ਕਿੰਨਾ ਘਾਟਾ ਪੈ ਰਿਹਾ, ਡਿਪਾਰਟਮੈਂਟ ਨੂੰ ਕਿੰਨਾ ਘਾਟਾ ਪੈ ਰਿਹਾ ਇਹਦਾ, ਹੈ ਨਾ। ਅਤੇ ਮੈਨੂੰ ਲੱਗਦਾ ਨਵੀਂ ਸਰਕਾਰ ਜਿਹੜੇ ਦਾਅਵੇ ਕਰਦੀ ਹੈ ਕਿ ਕੰਮ ਨੂੰ ਨਵੇਂ ਤਰੀਕੇ ਨਾਲ ਕਰਨ ਦੇ, ਤਾਂ ਪਹਿਲਾਂ ਜਿਹੜੇ ਡਿਪਾਰਟਮੈਂਟ ਇਹਨਾਂ ਤਰੀਕਿਆਂ 'ਚ ਘਾਟੇ 'ਚ ਜਾ ਰਹੇ ਆ ਨਾ, ਉਹਨਾਂ ਨੂੰ ਰੋਕਣਾ ਜ਼ਰੂਰੀ ਹੈ। ਪਤਾ ਕਰਨਾ ਪਊ ਕਿ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿਹੜੇ ਕਿਹੜੇ ਅਫਸਰ ਦੀ ਗਲਤੀ ਨਾਲ, ਕਿਹੜੇ ਕਿਹੜੇ ਕਰਮਚਾਰੀ ਦੀ ਗਲਤੀ ਨਾਲ, ਕਿਹਦੇ ਲਾਲਚ ਕਰਕੇ ਕਿੱਥੇ ਘਾਟਾ ਪੈ ਰਿਹਾ। ਜੇ ਉਹ ਚੀਜ਼ ਅਸੀਂ ਡਾਇਗਨੋਜ਼ ਕਰ ਲਾਂਗੇ ਅਤੇ ਅਸੀਂ ਹੱਲ ਵੀ ਉਹਦਾ ਕੱਢ ਲਾਂਗੇ। ਅਤੇ ਮੈਨੂੰ ਲੱਗਦਾ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਹਦੇ 'ਤੇ ਕੰਮ ਕਰਨਾ ਚਾਹੀਦਾ। ਸਰ ਜਿਹੜੇ ਇਸ ਦੇ ਤਹਿਤ ਹੀ ਪੰਚਾਇਤ ਸੈਕਟਰੀ ਰੂਲਸ ਹੈ, ਜਿਹੜੇ ਸਰਪੰਚ ਆ ਉਹਨਾਂ ਨੂੰ ਅਸਿਸਟ ਕਰਦੇ ਨੇ, ਸੈਕਟਰੀਜ਼, ਪੰਚਾਇਤ ਸੈਕਟਰੀਜ਼ ਹੈ, ਤਾਂ ਜੋ ਉਹਨਾਂ ਦੀ ਜ਼ਮੀਨਾਂ 'ਤੇ ਨਜਾਇਜ਼ ਕਬਜ਼ਾ ਨਾ ਹੋ ਸਕੇ। ਉਹਦੇ ਬਾਰੇ ਥੋੜ੍ਹੀ ਜਾਣਕਾਰੀ ਦਿਓ ਸਰ। ਦੇਖੋ ਜੀ, ਪੰਚਾਇਤ ਸੈਕਟਰੀ ਦਾ ਕੰਮ ਹੁੰਦਾ ਸਰਪੰਚ ਨੂੰ ਅਸਿਸਟ ਕਰਨਾ। ਸਰਪੰਚ ਨੂੰ ਅਸਿਸਟ ਕਰਦਾ ਉਹ, ਅਤੇ ਸਰਪੰਚ ਦੇ ਨਾਲ ਜਾ ਕੇ ਜਿਹੜੇ ਵੀ ਕੰਮ ਹੁੰਦੇ ਆ ਪਿੰਡ ਦੇ ਵਿਕਾਸ ਦੇ, ਜੇ ਸਰਪੰਚ ਕਹਿੰਦਾ ਕਿ ਜੀ ਮੇਰੇ ਪਿੰਡ ਦਾ ਵਿਕਾਸ ਕਰਨਾ, ਮੈਂ ਆਹ ਕੰਮ ਕਰਨੇ ਆ 4, ਅਤੇ ਉਹ ਦੱਸੋ ਕਿਹੜੇ ਤਰੀਕੇ ਨਾਲ ਕਰਨੇ ਆ। ਅਤੇ ਪੰਚਾਇਤ ਸੈਕਟਰੀ ਫਿਰ ਉਹਨਾਂ ਨੂੰ ਦੱਸਦਾ ਕਿ ਆਹ ਤਰੀਕੇ ਨਾਲ ਤੁਸੀਂ ਇਹ ਕੰਮ ਕਰ ਸਕਦੇ ਹੋ, ਇੰਨੇ ਤੁਹਾਡੇ ਕੋਲ ਫੰਡਸ ਹੈ। ਅਤੇ ਜੇ ਇਸੇ ਤਰੀਕੇ ਨਾਲ ਜੇ ਇਲੀਗਲ ਐਕਟੀਵਿਟੀ ਹੁੰਦੀ ਹੈ ਜਾਂ ਕਬਜ਼ਾ ਹੁੰਦਾ, ਉਹਦੇ ਵਿੱਚ ਵੀ ਪੰਚਾਇਤ ਸੈਕਟਰੀ ਸਰਪੰਚ ਦੇ ਨਾਲ ਜਾ ਕੇ ਉਹਦੀ ਸ਼ਿਕਾਇਤ ਹੁੰਦੀ ਹੈ, ਸ਼ਿਕਾਇਤ ਕੀਤੀ ਜਾਂਦੀ ਹੈ ਬਲਾਕ ਅਫਸਰ ਨੂੰ, ਅਤੇ ਬਲਾਕ ਡਿਵੈਲਪਮੈਂਟ ਅਫਸਰ ਉਹਦੇ 'ਤੇ ਕਾਰਵਾਈ ਕਰਦਾ। ਅਤੇ ਜੇ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਸਾਬਿਤ ਹੋ ਜਾਂਦਾ, ਫਿਰ ਉਸ ਤੋਂ ਬਾਅਦ ਕੇਸ ਦਾਇਰ ਕਰਕੇ ਉਹਦੇ 'ਤੇ ਕਬਜ਼ਾ ਛੁਡਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਅਫਸੋਸ ਇਹ ਹੈ ਕਿ ਜਿਹੜਾ ਸ਼ੁਰੂਆਤੀ ਕੰਮ ਹੈ ਉਹੀ ਨਹੀਂ ਕੀਤਾ ਜਾ ਰਿਹਾ। ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਹੋ ਰਿਹਾ, ਉਹ ਕਬਜ਼ਾ ਛੁਡਾਉਣ ਦੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਇਹ ਤਾਂ ਉਹ ਹੈ, ਇਹ ਉਹ ਡਾਟਾ ਹੈ ਜਿਹੜਾ ਸਰਕਾਰ ਕੋਲ ਆ ਗਿਆ, ਪਹੁੰਚ ਗਿਆ। ਕਈ ਜ਼ਮੀਨਾਂ ਇਹੋ ਜਿਹੀਆਂ ਜਿੱਥੇ ਨਾ ਪਿੰਡ ਦੇ ਲੋਕ ਗੱਲ ਕਰਦੇ ਆ, ਨਾ ਪੰਚਾਇਤ ਗੱਲ ਕਰਦੀ ਹੈ, ਅਤੇ ਨਾ ਹੀ ਅਫਸਰ ਗੱਲ ਕਰਦੇ ਆ, ਉਹਨਾਂ 'ਤੇ ਵੀ ਕਬਜ਼ਾ ਹੋਇਆ ਹੋਇਆ, ਜਿਹਦੀ ਲੋਕਾਂ ਨੂੰ ਪਰਵਾਹ ਹੀ ਨਹੀਂ ਹੈ। ਤਾਂ ਮੈਨੂੰ ਲੱਗਦਾ ਕਿ ਜੇ ਇਹੀ ਕਬਜ਼ੇ, ਇਹੀ ਨਜਾਇਜ਼ ਕੰਮ ਹੈ ਜਿਹੜੇ, ਇਹ ਰੋਕੇ ਜਾਣ ਤਾਂ ਬਹੁਤ ਵੱਡਾ ਘਾਟਾ ਪੰਜਾਬ ਦਾ ਜਿਹੜਾ ਉਹ ਖਤਮ ਕੀਤਾ ਜਾ ਸਕਦਾ, ਅਤੇ ਪੰਜਾਬ ਦੇ ਪਿੰਡਾਂ ਦਾ ਵਿਕਾਸ ਹੈ ਜਿਹੜਾ ਉਹ ਹੋਰ ਗਤੀ ਫੜ ਸਕਦਾ। ਸਰ, ਜਿਵੇਂ ਤੁਸੀਂ ਸ਼ੁਰੂਆਤ 'ਚ ਗੱਲ ਕਰ ਰਹੇ ਸੀਗੇ, ਜਿਹੜੇ ਕਰਪਟ ਆਫੀਸ਼ੀਅਲਸ ਨੇ ਉਹਨਾਂ ਦਾ ਕੀ ਰੋਲ ਹੈ, ਜਾਂ ਖੇਤਰੀ ਕਰਮਚਾਰੀ ਜਿਨ੍ਹਾਂ ਦੀ ਕੰਮ ਚੋਰੀ ਕਰਕੇ ਇਸ ਸਮੱਸਿਆ 'ਚ ਵਾਧਾ ਹੋਇਆ ਜੀ, ਉਹਨਾਂ ਲਈ ਕੀ ਹਦਾਇਤ ਹੈ ਸਰ? ਉਹ ਉੱਥੇ ਕੀ ਉਪਰਾਲੇ ਕੀਤੇ ਜਾਣੇ ਚਾਹੀਦੇ? ਦੇਖੋ ਜੀ, ਹੋਣਾ ਇਹ ਹੈ ਅਲਟੀਮੇਟਲੀ ਤਾਂ ਇਹ ਸੱਚ ਤਾਂ ਆਉਣਾ ਹੀ ਆ ਬਾਹਰ, ਕਾਰਵਾਈ ਤਾਂ ਹੋਣੀ ਹੈ। ਜਿਹੜੇ ਵੀ ਅਫਸਰ ਇਹਦੇ ਵਿੱਚ ਇਨਵੋਲਵ ਹੋਏ, ਜਾਂ ਜਿਹੜੇ ਵੀ ਪ੍ਰਾਈਵੇਟ ਪਰਸਨ ਵੀ, ਜਿਹੜੀ ਪੰਚਾਇਤ ਵੀ ਇਨਵੋਲਵ ਹੋਈ, ਉਹਨਾਂ ਸਭ 'ਤੇ ਕਾਰਵਾਈ ਹੋਣੀ ਹੈ, ਚਾਹੇ ਅੱਜ ਹੋਵੇ ਚਾਹੇ ਕੱਲ੍ਹ ਹੋਵੇ। ਅੱਜ ਨਹੀਂ ਤਾਂ ਕੱਲ੍ਹ ਫੜਿਆ ਤਾਂ ਜਾਣਾ ਹੀ ਹੈ। ਅਤੇ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਆਪਦਾ ਕੰਮ ਇਮਾਨਦਾਰੀ ਨਾਲ ਕਰਨਾ ਚਾਹੀਦਾ, ਅਤੇ ਅੱਜ ਹੀ ਆਪਣੀਆਂ ਪੰਚਾਇਤਾਂ, ਆਪਣੇ ਏਰੀਆ ਦੇ ਵਿੱਚ ਆਪਣਾ ਘੱਟੋ ਘੱਟ ਕੰਮ ਹੈ ਜਿਹੜਾ ਉਹ ਤੁਸੀਂ ਇਮਾਨਦਾਰੀ ਨਾਲ ਕਰੋ। ਉਹ ਜਿਹੜੀਆਂ ਚਿੱਠੀਆਂ ਆਉਂਦੀਆਂ, ਘੱਟੋ ਘੱਟ ਆਪਦੇ ਡਿਪਾਰਟਮੈਂਟ ਦੀ ਚਿੱਠੀ ਦਾ ਹੀ ਜਵਾਬ ਦਿੱਤਾ ਜਾਵੇ। ਚਿੱਠੀਆਂ 'ਤੇ ਇਹ ਦੇਖੋ, ਇਹਦੇ ਵਿੱਚ ਲਿਖਿਆ ਹੋਇਆ ਸਾਫ਼-ਸਾਫ਼, ਮੈਂ ਤੁਹਾਨੂੰ ਪੜ੍ਹ ਕੇ ਦੱਸਦਾ। 7 ਨੰਬਰ ਹੈ ਇਹਦੇ ਵਿੱਚ, 7 ਬੁਲੇਟ ਪੁਆਇੰਟ ਬਣੇ ਹੋਏ ਆ, ਅਤੇ 7 ਦੇ ਵਿੱਚ ਇੱਕੋ ਚੀਜ਼ ਲਿਖੀ ਹੋਈ ਹੈ, ਕਿਸੇ ਵੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਵੱਲੋਂ ਅਜੇ ਤੱਕ ਰਿਪੋਰਟ ਨਹੀਂ ਭੇਜੀ ਗਈ, ਜਵਾਬ ਨਹੀਂ ਆਇਆ। 7 ਪੁਆਇੰਟ ਹੈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਮੰਗਿਆ ਕਿ ਕਿਹੜੀ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਹੋਇਆ, ਕਦੋਂ ਹੋਇਆ ਜਾਂ ਨਹੀਂ ਹੋਇਆ। ਠੀਕ ਹੈ, ਜਿਹੜਾ ਤੁਹਾਨੂੰ ਡਾਕੂਮੈਂਟ ਭੇਜਿਆ ਤੁਸੀਂ ਉਸੇ 'ਤੇ ਹਾਂ ਨਾ ਕਰ ਦਿਓ, ਉਹੀ ਵੈਰੀਫਾਈ ਕਰ ਦਿਓ, ਕੁਛ ਨਹੀਂ। ਪੰਚਾਇਤੀ ਮਤਲਬ ਇਹ ਦੇਖੋ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਕੀ ਕਰ ਰਹੇ ਆ ਕਿ ਇੰਨੇ ਬਿਜ਼ੀ ਆ ਉਹ, ਜਿਹੜਾ ਉਹਨਾਂ ਦਾ ਕੋਈ ਰਿਐਕਸ਼ਨ ਹੀ ਨਹੀਂ ਆ ਰਿਹਾ, ਕਿਸੇ ਵੀ ਰਿਪੋਰਟ 'ਤੇ ਰਿਐਕਸ਼ਨ ਨਹੀਂ ਆ ਰਿਹਾ। ਜਾਂ ਇਹਦੇ ਪਿੱਛੇ ਕੋਈ ਰਾਜਨੀਤਿਕ ਸਿਆਸੀ ਦਬਾਅ ਬਣੇ ਹੋਏ ਆ, ਜਾਂ ਉਹਨਾਂ ਦੇ ਏਰੀਆਜ਼ ਦੇ MLAs ਉਹਨਾਂ ਨੂੰ ਰੋਕ ਰਹੇ ਆ, ਜਾਂ ਉਹਨਾਂ ਦੇ ਹੋਰ ਜਿਹੜੇ ਪ੍ਰਧਾਨ ਹੈਗੇ ਆ, ਸਿਆਸਤ ਕਿਤੇ ਨਾ ਕਿਤੇ ਇਨਵੋਲਵ ਹੈ, ਜਾਂ ਅਫਸਰ ਇਨਵੋਲਵ ਹੈ ਵੱਡੇ। ਕੋਈ ਤਾਂ ਗੱਲ ਹੈ ਨਾ, ਕੋਈ ਤਾਂ ਗੱਲ ਹੈ ਕਿ ਕੋਈ ਵੀ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਜਵਾਬ ਨਹੀਂ ਦੇ ਰਿਹਾ ਅਤੇ ਉਹਨਾਂ 'ਤੇ ਕਾਰਵਾਈ ਵੀ ਨਹੀਂ ਹੋ ਰਹੀ। ਇਹ ਡਾਇਗਨੋਸ ਕਰਨਾ ਜ਼ਰੂਰੀ ਹੈ। ਜੇ 1.5 ਸਾਲ ਤੋਂ ਤੁਸੀਂ ਚਿੱਠੀਆਂ ਲਿਖ ਰਹੇ ਹੋ, ਤੁਸੀਂ 24 ਚਿੱਠੀਆਂ ਲਿਖ ਲਈਆਂ, 24 ਚਿੱਠੀਆਂ ਦਾ ਜਵਾਬ ਨਹੀਂ ਆਇਆ, ਅਤੇ ਤੁਸੀਂ ਕਾਰਵਾਈ ਕੀ ਕੀਤੀ? ਗੱਲ ਤਾਂ ਜਵਾਬਦੇਹੀ ਤਾਂ ਹੈੱਡ ਆਫਿਸ ਦੀ ਵੀ ਬਣਦੀ ਹੈ, ਜਵਾਬਦੇਹੀ ਤਾਂ ਉਹਨਾਂ ਅਫਸਰਾਂ ਦੀ ਵੀ ਬਣਦੀ ਹੈ ਜਿਹੜੇ ਚਿੱਠੀਆਂ ਲਿਖ ਰਹੇ ਆ, ਕਿ ਤੁਸੀਂ ਚਿੱਠੀਆਂ ਤਾਂ ਲਿਖ ਰਹੇ ਹੋ, ਆਪਦਾ ਕੰਮ ਤਾਂ ਪੂਰਾ ਕੀਤਾ, ਫੋਲੋ ਅਪ ਨਹੀਂ ਕੀਤਾ। ਮਤਲਬ ਮੈਂ ਤਾਂ ਆਪਦੀ ਜ਼ਿੰਮੇਵਾਰੀ ਨਿਭਾਤੀ। ਹੁਣ ਪੰਜਾਬ ਦੇ ਵਿੱਚ ਵੀ ਅਤੇ ਪੂਰੇ ਮੁਲਕ ਦੇ ਵਿੱਚ ਹੀ ਮੈਨੂੰ ਲੱਗਦਾ ਕੰਮ ਵੀ ਤਾਂ ਹੀ ਰੁਕਦੇ ਆ ਜਿੱਥੇ ਕੋਈ ਜ਼ਿੰਮੇਦਾਰ ਨਹੀਂ ਹੁੰਦਾ। ਜਦੋਂ ਅਸੀਂ ਜ਼ਿੰਮੇਵਾਰੀ ਨਹੀਂ ਲਵਾਂਗੇ ਆਪਣੇ ਕੰਮ ਦੀ,
ਤੇ ਉਹ ਕੌਣ ਕਰੂਗਾ? ਆਪਣਾ ਕੰਮ ਕਰਕੇ ਟਿਕ ਜਾਂਦੇ ਆ ਵੀ ਕੰਮ ਸਿਰੇ ਚੜਿਆ ਜਾਂ ਨਹੀਂ, ਇਹ ਨਹੀਂ ਕੋਈ ਦੇਖਦਾ। ਔਰ ਉਹਦੇ ਪਿੱਛੇ ਵੀ ਕਈ ਕਾਰਨ ਹੁੰਦੇ ਆ। ਲੋਕਾਂ ਨੂੰ ਲੱਗਦਾ ਕਿ ਯਾਰ ਜੇ ਅਸੀਂ ਕੰਮ ਕਰਾਂਗੇ ਤਾਂ ਗਲਤੀ ਹੋਊਗੀ ਤਾਂ ਉਹਦੀ ਹੋ ਸਕਦਾ ਸਜ਼ਾ ਵੀ ਮਿਲ ਜੇ। ਪੂਰੀ ਚੇਨ ਹੈ। ਹਾਂ, ਉਹਦੇ ਵਿੱਚ ਇੱਕ ਨਹੀਂ ਹੈ ਅਫਸਰ, ਛੋਟੇ ਤੋਂ ਲੈ ਕੇ ਵੱਡੇ ਅਫਸਰ ਤੱਕ ਨਾ ਕੋਈ ਜ਼ਿੰਮੇਵਾਰੀ ਨਹੀਂ ਲੈ ਰਿਹਾ। ਕੋਈ ਇਹ ਨਹੀਂ ਕਹਿ ਰਿਹਾ ਕਿ ਜੀ ਇਹ ਕੰਮ ਇੱਥੇ ਰੁਕਿਆ ਹੋਇਆ। ਜੇ ਮੰਨ ਲਿਆ ਕਿ ਇੰਨੀ ਜ਼ਮੀਨ ਤੇ ਤੁਸੀਂ ਕਹਿ ਵੀ ਦਿਓ ਕਿ ਕਬਜ਼ਾ ਹੋਇਆ ਹੀ ਨਹੀਂ ਜੀ, ਹੋ ਸਕਦਾ ਕੱਲ੍ਹ ਨੂੰ ਚਿੱਠੀ ਆ ਜਾਏ, ਕੋਈ ਡਿਪਾਰਟਮੈਂਟ ਦੀ ਚਿੱਠੀ ਆ ਜਾਏ ਕਿ ਜੀ ਇਹ ਤਾਂ ਇੰਨੀ ਜ਼ਮੀਨ ਤੇ ਕਬਜ਼ਾ ਹੋਇਆ ਹੀ ਨਹੀਂ, ਇਹ ਤਾਂ ਗਲਤ ਆંકੜੇ ਆ। ਜੇ ਗਲਤ ਵੀ ਆંકੜੇ ਤੁਸੀਂ ਦੱਸੋ ਤਾਂ ਸਹੀ, ਤੁਸੀਂ ਆਪਣੇ ਵਿਭਾਗ ਨੂੰ ਹੀ ਦੱਸ ਦਿਓ ਕਿ ਭਾਈ ਆਹ ਆંકੜਾ ਗਲਤ ਹੈ, ਇੰਨੀ ਜ਼ਮੀਨ ਐਵੇਂ ਦੱਸਿਆ ਹੋਇਆ, ਕੋਈ ਜ਼ਮੀਨ ਤੇ ਕਬਜ਼ਾ ਨਹੀਂ ਹੋਇਆ, ਇਹ ਜ਼ਮੀਨ ਪੰਚਾਇਤ ਵਰਤ ਰਹੀ ਹੈ। ਤੁਸੀਂ ਦੱਸੋ ਕਿ ਪੰਚਾਇਤ ਦੀ ਜ਼ਮੀਨ ਆ, ਪੰਚਾਇਤ ਵਰਤ ਰਹੀ ਹੈ ਜਾਂ ਨਹੀਂ ਵਰਤ ਰਹੀ। ਜੇ ਗਲਤ ਹੈ ਜਾਂ ਸਹੀ ਹੈ, ਕੋਈ ਜਵਾਬ ਤਾਂ ਦਿਓ। ਕੋਈ ਜਵਾਬ ਹੀ ਨਹੀਂ ਹੈ, ਕੋਈ ਜਵਾਬ ਨਹੀਂ, ਤੇ ਉਹਦੇ ਤੇ ਕੋਈ ਕਾਰਵਾਈ ਵੀ ਨਹੀਂ। ਬਸ ਚਿੱਠੀ ਲਿਖੀ ਜਾ ਰਹੀ ਹੈ, ਚਿੱਠੀ ਤੇ ਰਿਮਾਈਂਡਰ ਜਾ ਰਿਹਾ ਇੱਕ ਵਾਰੀ ਹੋਰ ਕਿ ਜੀ ਤੁਹਾਨੂੰ ਪੁੱਛਿਆ ਸੀਗਾ, ਚਿੱਠੀ ਭੇਜੀ ਸੀ, ਤੁਸੀਂ ਹਲੇ ਤੱਕ ਜਵਾਬ ਨਹੀਂ ਦਿੱਤਾ, ਪਲੀਜ਼ ਜਵਾਬ ਦਿਓ। ਮਤਲਬ ਇੱਕ ਚਿੱਠੀ ਦੇ ਵਿੱਚ ਤੁਸੀਂ 24 ਚਿੱਠੀਆਂ ਦਾ ਰੈਫਰੈਂਸ ਦੇ ਕੇ ਪੁੱਛਦੇ ਹੋ ਕਿ ਆਹ 1.5 ਸਾਲ ਦੇ ਵਿੱਚ ਤੁਹਾਨੂੰ 24 ਚਿੱਠੀਆਂ ਲਿਖੀਆਂ ਸੀ ਤੇ ਇਹਦਾ ਜਵਾਬ ਨਹੀਂ ਆਇਆ ਹਜੇ ਤੱਕ, 6 ਦਿਨਾਂ ਦੇ ਵਿੱਚ ਜਵਾਬ ਦਿਓ। 6 ਦਿਨਾਂ ਬਾਅਦ ਫਿਰ ਦੂਜੀ ਚਿੱਠੀ ਜਾਂਦੀ ਹੈ, ਉਹਦੇ ਵਿੱਚ ਵੀ ਸੇਮ ਹੀ ਕੰਟੈਂਟ ਹੁੰਦਾ ਹੈ ਕਿ ਜੀ ਆਹ ਪੁੱਛਿਆ ਸੀਗਾ ਅਸੀਂ ਤੁਹਾਡੇ ਤੋਂ, 6 ਦਿਨਾਂ ਜਵਾਬ ਮੰਗਿਆ ਸੀ, ਹਜੇ ਤੱਕ ਨਹੀਂ ਆਇਆ, ਹੋਰ 6 ਦਿਨਾਂ 'ਚ ਜਵਾਬ ਦਿਓ, ਹੋਰ 6 ਦਿਨਾਂ 'ਚ ਜਵਾਬ ਦਿਓ। ਮਤਲਬ ਇਹ ਕਦੋਂ ਤੱਕ ਚੱਲਦਾ ਰਹੂਗਾ? ਤੇ ਮੈਨੂੰ ਲੱਗਦਾ ਕਿ ਪੰਜਾਬ 'ਚ ਨਵੀਂ ਸਰਕਾਰ ਬਣੀ ਹੈ। ਨਵੀਂ ਸਰਕਾਰ ਹੁਣ ਉਨੀ ਨਵੀਂ ਨਹੀਂ ਰਹੀ, ਕਿਉਂਕਿ ਨਵੀਂ ਸਰਕਾਰ ਉਦੋਂ ਹੁੰਦੀ ਹੈ ਜਦੋਂ ਬਿਲਕੁਲ ਹੀ 1 ਦਿਨ ਹੈ, 2 ਦਿਨ ਹੈ। ਹੁਣ ਤਾਂ 1 ਮਹੀਨਾ ਬੀਤ ਗਿਆ ਤੇ ਮੈਨੂੰ ਲੱਗਦਾ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ, ਜੇ ਅਸੀਂ ਘਰ ਵੀ ਬਣਾਉਣੇ ਆ, ਮਿਸਤਰੀ ਨੂੰ ਲਗਾਉਣੇ ਆ ਅਸੀਂ, ਤਾਂ ਉਹਨੂੰ ਐਂ ਨਹੀਂ ਕਹਿੰਦੇ ਕਿ ਜੀ ਅੱਜ ਨਵਾਂ ਕੰਮ ਸ਼ੁਰੂ ਹੋਇਆ, ਕੋਈ ਨਹੀਂ ਹੌਲੀ ਹੌਲੀ ਕਰ ਲਾ, ਹੈ ਨਾ। ਉਹਨੂੰ ਵੀ ਐਂ ਕਹਿੰਦੇ ਕਿ ਭਾਈ ਪ੍ਰੋਗਰੈਸ ਦਿਖਾ, ਸ਼ੁਰੂਆਤੀ ਪ੍ਰੋਗਰੈਸ ਹੈ ਜਿਹੜੀ ਉਹ ਤਾਂ ਦਿਖਣੀ ਚਾਹੀਦੀ ਹੈ। ਤੇ ਮੈਨੂੰ ਲੱਗਦਾ ਪੰਚਾਇਤ ਡਿਪਾਰਟਮੈਂਟ 'ਤੇ ਵੀ ਪ੍ਰੋਗਰੈਸ ਹੁਣ ਦਿਖਣੀ ਚਾਹੀਦੀ ਹੈ। ਇੱਥੇ ਹੁਣ ਕੰਮ ਦਿਖਣਾ ਚਾਹੀਦਾ। ਜਿਹੜੀਆਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ੇ ਹੋਏ ਆ ਨਜਾਇਜ਼, ਉਹਨਾਂ 'ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਉਹ ਕਾਰਵਾਈ ਪਹਿਲ ਦੇ ਆਧਾਰ 'ਤੇ ਕਰਕੇ ਸਰਕਾਰ ਦੱਸੇ ਕਿ ਪੂਰੇ ਪੰਜਾਬ ਦੇ ਵਿੱਚ ਅਸੀਂ ਇੰਨੀਆਂ ਪੰਚਾਇਤੀ ਜ਼ਮੀਨਾਂ 'ਤੇ ਕਬਜ਼ਾ ਹੋਇਆ ਸੀ ਅਤੇ ਉਹ ਕਬਜ਼ਾ ਅਸੀਂ ਛੁਡਵਾ ਕੇ ਇੰਨਾ ਮਾਲੀਆ ਇਕੱਠਾ ਕੀਤਾ, ਇੰਨਾ ਰੈਵਨਿਊ ਜਨਰੇਟ ਕੀਤਾ, ਅਤੇ ਇਹ ਰੈਵਨਿਊ ਹੁਣ ਪਿੰਡਾਂ ਦੇ ਵਿਕਾਸ ਲਈ ਕੰਮ ਆਊਗਾ। ਜੇ ਅਸੀਂ ਪਿੱਛੇ ਜੇ ਗੱਲ ਹੋਈ ਸੀ ਕਿ ਕੇਂਦਰ ਸਰਕਾਰ ਤੋਂ ਅਸੀਂ ਰੂਰਲ ਡਿਵੈਲਪਮੈਂਟ ਫੰਡ ਦੀ ਮੰਗ ਕੀਤੀ ਸੀ, ਦੁਬਾਰਾ ਕਰਦਾ ਹਾਂ 1 ਮਿੰਟ, ਪਿੱਛੇ ਜੇ ਚਰਚਾ ਹੋਈ ਸੀ ਕਿ ਕੇਂਦਰ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਰੋਕਤਾ ਪੰਜਾਬ ਦਾ, ਅਤੇ ਉਹਦੀ ਅਸੀਂ ਮੰਗ ਕਰ ਰਹੇ ਸੀ। ਫਿਰ ਪੰਜਾਬ ਸਰਕਾਰ ਨੇ ਵੀ ਮੀਟਿੰਗ ਕੀਤੀ ਅਤੇ ਕਿਹਾ ਕਿ ਜੀ ਰੂਰਲ ਡਿਵੈਲਪਮੈਂਟ ਫੰਡ ਆਊਗਾ ਜਿਹੜਾ, ਉਹਨੂੰ ਸਿਰਫ ਪਿੰਡਾਂ ਦੇ ਵਿਕਾਸ 'ਤੇ ਹੀ ਆਪਾਂ ਲਾਵਾਂਗੇ। ਅਤੇ ਉਹ ਤਾਂ ਫੰਡ ਜਿਹੜਾ ਕੇਂਦਰ ਸਰਕਾਰ ਤੋਂ ਆਉਣਾ ਉਹ ਤਾਂ ਬਾਅਦ ਦੀ ਗੱਲ ਹੈ। ਫਿਰ ਵੀ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਹੀ ਜਿਹੜਾ ਪੈਸਾ ਪਿਆ ਪੰਜਾਬ ਦਾ, ਜਿਹੜਾ ਇੱਥੋਂ ਜਨਰੇਟ ਹੋ ਸਕਦਾ ਰੈਵਨਿਊ, ਉਹ ਕਿਉਂ ਨਾ ਕੀਤਾ ਜਾਵੇ। ਉਹਦੇ ਨਾਲ ਹੀ ਤੁਸੀਂ ਤਨਖਾਹਾਂ ਵੀ ਟਾਈਮ 'ਤੇ ਦੇ ਦੋਗੇ, ਉਹਦੇ ਨਾਲ ਹੀ ਤੁਸੀਂ ਪਿੰਡਾਂ ਦਾ ਵਿਕਾਸ ਵੀ ਕਰ ਦੋਗੇ। ਪਿੰਡਾਂ ਦਾ ਵਿਕਾਸ ਹੋਊਗਾ, ਪਿੰਡਾਂ ਦੇ ਲੋਕ ਖੁਸ਼ ਹੋਣਗੇ। ਅਤੇ ਜੇ ਪਿੰਡ 'ਚ ਹੀ ਸਾਨੂੰ ਚੰਡੀਗੜ੍ਹ ਮਿਲ ਗਿਆ ਤਾਂ ਅਸੀਂ ਚੰਡੀਗੜ੍ਹ ਕੀ ਕਰਨ ਆਉਣਾ? ਅਤੇ ਜੇ ਪਿੰਡ 'ਚ ਹੀ ਸਾਨੂੰ ਕੈਨੇਡਾ ਮਿਲ ਗਿਆ, ਅਸੀਂ ਕੈਨੇਡਾ ਕੀ ਕਰਨ ਜਾਣਾ? ਜੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਚੰਗਾ ਮਾਹੌਲ ਮਿਲੂਗਾ, ਚੰਗੀ ਡਿਵੈਲਪਮੈਂਟ ਹੋਊਗੀ, ਅਤੇ ਲੋਕ ਕਿਉਂ ਜਾਣਗੇ ਬਾਹਰ? ਲੋਕ ਆਪਦੇ ਪਿੰਡਾਂ 'ਚ ਹੀ ਕਾਰੋਬਾਰ ਕਰਨਗੇ। ਬਿਲਕੁਲ। ਸੋ ਬਿਹਤਰੀ ਦੀ ਉਮੀਦ ਕੀਤੀ ਜਾ ਸਕਦੀ ਹੈ ਨਵੀਂ ਸਰਕਾਰ। ਬਿਲਕੁਲ ਜੀ, ਬਿਲਕੁਲ ਕਰਨੀ ਚਾਹੀਦੀ ਆ। ਸੋ ਵੱਧਦੇ ਹਾਂ ਅਗਲੇ ਸੈਗਮੈਂਟ ਵੱਲ, ਦੇਖਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਕਿਹੜੀਆਂ ਨੇ ਜੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2 ਵਿਦਿਆਰਥੀਆਂ ਨਾਲ ਬਲਾਤਕਾਰ ਦੇ ਦੋਸ਼ੀ ਅਧਿਆਪਕ ਦੀ ਬਰਖਾਸਤਗੀ ਨੂੰ ਬਰਕਰਾਰ ਰੱਖਿਆ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਪਸ਼ਟ ਕੀਤਾ ਹੈ ਕਿ ਬਲਾਤਕਾਰ ਦੇ ਕੇਸ ਵਿੱਚ ਸ਼ਾਮਲ ਅਧਿਆਪਕ ਦੀਆਂ ਸੇਵਾਵਾਂ, ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਿਨਾਂ ਕਿਸੇ ਜਾਂਚ ਦੇ ਰੱਦ ਕੀਤੀਆਂ ਜਾ ਸਕਦੀਆਂ ਹਨ ਕਿ ਜਾਂਚ ਪੀੜਤਾਂ ਲਈ ਮਾਨਸਿਕ ਪੀੜਾ ਦਾ ਕਾਰਨ ਬਣੇਗੀ ਅਤੇ ਅੱਗੇ ਆਵੇਗੀ। ਉਹ ਇੱਕ ਸਮਾਜਿਕ ਕਲੰਕ ਹੈ। ਹਾਈਕੋਰਟ ਨੇ ਹਰਿਆਣਾ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕ ਨੂੰ ਬਿਨਾਂ ਕਿਸੇ ਜਾਂਚ ਦੇ ਬਰਖਾਸਤ ਕਰਨ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਕਿਹਾ ਕਿ ਨਿਆਂ ਦਾ ਪੈਮਾਨਾ ਕਦੇ ਵੀ ਇੰਨਾ ਅਸੰਵੇਦਨਸ਼ੀਲ ਨਹੀਂ ਹੋ ਸਕਦਾ ਕਿ ਮੰਦਭਾਗੀ ਘਟਨਾ ਦੇ ਬਦਸੂਰਤ ਦਾਗਾਂ ਨੂੰ ਕਦੇ ਵੀ ਠੀਕ ਨਾ ਹੋਣ ਦਿੱਤਾ ਜਾਵੇ। ਇਸ ਮਾਮਲੇ 'ਚ ਦੋਸ਼ੀ ਅਧਿਆਪਕ ਨੂੰ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ 2010 'ਚ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਹੁਣ ਹਾਈਕੋਰਟ ਤੋਂ ਉਸ ਨੂੰ ਇਸ ਆਧਾਰ ਤੇ ਨੌਕਰੀ ਤੇ ਬਹਾਲ ਕਰਨਾ ਚਾਹੀਦਾ ਹੈ ਕਿਉਂਕਿ ਉਹ ਇਸ ਮਾਮਲੇ 'ਚ ਬਰੀ ਹੋ ਚੁੱਕਿਆ ਹੈ। ਉਸਨੇ ਇਹ ਵੀ ਦਲੀਲ ਦਿੱਤੀ ਕਿ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਤੋਂ ਪਹਿਲਾਂ ਵਿਭਾਗ ਵੱਲੋਂ ਕੋਈ ਜਾਂਚ ਨਹੀਂ ਕੀਤੀ ਗਈ। ਪੰਜਾਬ ਦੇ ਲੁਧਿਆਣਾ ਵਿੱਚ ਝੁੱਗੀ ਨੂੰ ਅੱਗ ਲੱਗਣ ਕਾਰਨ ਪਰਿਵਾਰ ਦੇ 7 ਜੀਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਇੱਥੇ ਉਹਨਾਂ ਦੀ ਝੋਪੜੀ ਨੂੰ ਅੱਗ ਲੱਗਣ ਕਾਰਨ ਇੱਕ ਪਰਿਵਾਰ ਦੇ 7 ਮੈਂਬਰ ਜਿੰਦਾ ਸੜ ਗਏ।
ਲੁਧਿਆਣਾ ਦੇ ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਪ੍ਰਵਾਸੀ ਮਜ਼ਦੂਰ ਸਨ ਅਤੇ ਲੁਧਿਆਣਾ ਦੇ ਟਿੱਬਾ ਰੋਡ ਤੇ ਮਿਊਨਿਸਪਲ ਕੂੜਾ ਡੰਪ ਯਾਰਡ ਨੇੜੇ ਆਪਣੀ ਝੋਪੜੀ ਵਿੱਚ ਸੁੱਤੇ ਹੋਏ ਸਨ। ਟਿੱਬਾ ਥਾਣੇ ਦੇ SHO ਰਣਬੀਰ ਸਿੰਘ ਨੇ ਮ੍ਰਿਤਕਾਂ ਦੀ ਪਛਾਣ ਪਤੀ ਪਤਨੀ ਅਤੇ ਉਹਨਾਂ ਦੇ 5 ਬੱਚਿਆਂ ਵਜੋਂ ਕੀਤੀ ਹੈ। ਉਹਨਾਂ ਦੇ ਨਾਵਾਂ ਦਾ ਅਤੇ ਪਤਾ ਨਹੀਂ ਲੱਗ ਸਕਿਆ। ਉਹਨਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੰਜਾਬ ਵਿੱਚ 24 ਘੰਟਿਆਂ ਦੇ ਵਿੱਚ ਕੋਵਿਡ ਕੇਸਾਂ ਵਿੱਚ 72.4% ਦਾ ਵਾਧਾ ਹੋਇਆ ਹੈ। 29 ਨਵੇਂ ਕੇਸਾਂ ਵਿੱਚੋਂ 10 ਹੁਸ਼ਿਆਰਪੁਰ ਤੋਂ ਸਾਹਮਣੇ ਆਏ ਹਨ, ਜਦੋਂ ਕਿ 6 ਲੁਧਿਆਣਾ ਅਤੇ 4 ਮੋਹਾਲੀ ਅਤੇ ਜਲੰਧਰ ਤੋਂ ਸਾਹਮਣੇ ਆਏ ਹਨ। ਸੋਮਵਾਰ ਨੂੰ ਪੰਜਾਬ ਸਰਕਾਰ ਦੁਆਰਾ ਜਾਰੀ ਰੋਜ਼ਾਨਾ ਮੈਡੀਕਲ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ ਰਾਜ ਭਰ ਵਿੱਚ ਕੋਵਿਡ ਦੇ ਕੇਸਾਂ ਵਿੱਚ ਵੱਡਾ ਵਾਧਾ ਦੇਖਿਆ ਗਿਆ ਹੈ। ਵੇਰਵਿਆਂ ਅਨੁਸਾਰ ਸੋਮਵਾਰ ਤੱਕ ਰਾਜ ਵਿੱਚ ਕੋਵਿਡ ਪੋਜ਼ਿਟਿਵ ਕੇਸਾਂ ਦੀ ਕੁੱਲ ਗਿਣਤੀ 29 ਨੂੰ ਛੂ ਗਈ ਸੀ, ਜੋ ਕਿ ਅਪ੍ਰੈਲ ਮਹੀਨੇ ਲਈ ਹੁਣ ਤੱਕ ਦਾ ਸਭ ਤੋਂ ਵੱਧ ਆંકੜਾ ਹੈ। 1 ਅਪ੍ਰੈਲ ਨੂੰ ਕੁੱਲ 25 ਕੋਵਿਡ ਸਕਾਰਾਤਮਕ ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2 ਅਪ੍ਰੈਲ ਤੋਂ 17 ਅਪ੍ਰੈਲ ਤੱਕ ਰੋਜ਼ਾਨਾ ਕੇਸਾਂ ਦੀ ਗਿਣਤੀ 3 ਤੋਂ 13 ਦੇ ਵਿਚਕਾਰ ਬਦਲ ਗਈ ਸੀ। 17 ਅਪ੍ਰੈਲ ਐਤਵਾਰ ਨੂੰ ਪੰਜਾਬ ਤੋਂ ਕੁੱਲ 8 ਸਕਾਰਾਤਮਕ ਮਾਮਲੇ ਸਾਹਮਣੇ ਆਏ, ਜਿਸ ਨਾਲ 18 ਅਪ੍ਰੈਲ ਨੂੰ ਗਿਣਤੀ 29 ਹੋ ਗਈ। ਸੋ ਇਹ ਤਾਂ ਸਨ ਸਰ ਅੱਜ ਦੀਆਂ ਮੁੱਖ ਖਬਰਾਂ। ਅੱਜ ਦੀ ਸਰਕਾਰੀ ਖਬਰ ਕੀ ਕਹਿੰਦੀ ਹੈ? ਜੀ ਬਿਲਕੁਲ, ਅੱਜ ਦੀ ਸਰਕਾਰੀ ਖਬਰ ਪੜ੍ਹਦੇ ਹਾਂ। ਸੁਵਿਧਾ ਕੇਂਦਰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤੇ ਜਾਣਗੇ, ਬ੍ਰਹਮ ਸ਼ੰਕਰ ਜਿੰਪਾ। ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਜਿੰਪਾ ਨੇ ਅੱਜ ਅਚਾਨਕ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੱਲ ਰਹੇ ਸੁਵਿਧਾ ਕੇਂਦਰ ਦੀ ਚੈਕਿੰਗ ਕੀਤੀ। ਇਸ ਦੌਰਾਨ ਉਹਨਾਂ ਲੋਕਾਂ ਅਤੇ ਪੱਤਰਕਾਰਾਂ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਵਿੱਚ ਚੱਲ ਰਹੇ ਸੁਵਿਧਾ ਕੇਂਦਰਾਂ ਨੂੰ ਦੁਬਿਧਾ ਕੇਂਦਰ ਨਹੀਂ ਬਣਨ ਦਿੱਤਾ ਜਾਵੇਗਾ। ਤੇ ਬਿਲਕੁਲ ਠੀਕ ਗੱਲ ਹੈ ਜੀ ਉਹਨਾਂ ਦੀ। ਸੁਵਿਧਾ ਕੇਂਦਰ ਰਹਿਣੇ ਚਾਹੀਦੇ ਆ, ਦੁਬਿਧਾ ਕੇਂਦਰ ਨਹੀਂ ਬਣਨੇ ਚਾਹੀਦੇ। ਤੇ ਮੈਨੂੰ ਲੱਗਦਾ ਕਿ ਇਹ ਰਾਈਮਿੰਗ ਵੀ ਜਿਹੜੀ ਕੀਤੀ ਆ ਬੜੀ ਸੋਚ ਸਮਝ ਕੇ ਕੀਤੀ ਹੈ ਕਿ ਸੁਵਿਧਾ ਦੁਬਿਧਾ ਬਣ ਰਹੀ ਹੈ। ਹੁਣ ਗੱਲ ਵੀ ਇਹ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਹ ਸਹਿਣਾ ਵੀ ਪੈ ਰਿਹਾ ਹੈ। ਅਸਲ 'ਚ ਇਹ ਲੋਕਾਂ ਦੇ ਵਿੱਚ ਦੀ ਗੱਲ ਨਿਕਲੀ ਹੋਈ ਹੈ, ਕਿਉਂਕਿ ਸੁਵਿਧਾ ਕੇਂਦਰ ਜਿੰਨੇ ਵੀ ਹੈਗੇ ਆ ਉਹਨਾਂ ਦੇ ਬਾਹਰ ਏਜੰਟ ਖੜ੍ਹੇ ਹੁੰਦੇ ਸੀ। ਸੁਵਿਧਾ ਕੇਂਦਰ ਦੀਆਂ ਲੰਬੀਆਂ ਲਾਈਨਾਂ, ਉੱਥੋਂ ਦੇ ਕਰਮਚਾਰੀਆਂ ਦਾ ਰਵੱਈਆ, ਉਹ ਸਾਰਾ ਮਿਲ ਮਿਲਾ ਕੇ ਏਜੰਟਾਂ ਦਾ ਕਾਰੋਬਾਰ ਬਣਦਾ ਸੀ। ਅਤੇ ਉਹ ਮੈਨੂੰ ਲੱਗਦਾ ਹੈ ਕਿ ਉਹਨੂੰ ਹਟਾਉਣ ਦੀ, ਉਹਨੂੰ ਰੋਕਣ ਦੀ ਜ਼ਰੂਰ ਗੱਲ ਹੋਣੀ ਚਾਹੀਦੀ ਹੈ। ਅਤੇ ਨਵੀਂ ਸਰਕਾਰ ਹੈ ਅਤੇ ਨਵੇਂ ਤਰੀਕੇ ਨਾਲ ਇਹਨਾਂ ਨੂੰ ਰੋਕਣਾ ਚਾਹੀਦਾ ਅਤੇ ਸੁਵਿਧਾ ਦੇਣੀ ਚਾਹੀਦੀ ਹੈ ਲੋਕਾਂ ਨੂੰ। ਦੁਵਿਧਾ ਕੇਂਦਰ ਹਟਾ ਦੇਣੇ ਚਾਹੀਦੇ ਆ ਅਤੇ ਚੰਗੀ ਪਹਿਲ ਹੈ। ਮੋਗਾ ਦੇ ਵਿੱਚ ਵੀ ਉਹਨਾਂ ਨੇ ਦੌਰਾ ਕੀਤਾ ਸੀ ਪਿਛਲੇ ਦਿਨੀ ਅਤੇ ਕਾਰਵਾਈ ਤਾਂ ਕਰ ਰਹੇ ਆ। ਹੁਣ ਦੇਖਦੇ ਹਾਂ ਉਹ ਕਦੋਂ ਤੱਕ ਜਾਰੀ ਰਹਿੰਦੀ ਹੈ। ਜੀ ਸੋ ਕਾਫੀ ਪੰਜਾਬ ਦੇ ਜ਼ਰੂਰੀ ਮੁੱਦਿਆਂ 'ਤੇ ਸਰ ਅਸੀਂ ਗੱਲ ਕੀਤੀ ਹੈ। ਅੱਜ ਦੇ ਐਪੀਸੋਡ ਦੀ ਕਲੋਜ਼ਿੰਗ ਤੁਹਾਡੇ ਆਪਣੇ ਅੰਦਾਜ਼ ਦੇ ਵਿੱਚ। ਜੀ ਖਬਰਾਂ ਵਿੱਚੋਂ ਖਬਰ ਸੁਣੀ, ਖਬਰਾਂ ਦੇ ਵਿੱਚ ਸੇਵਾ, ਪੰਜਾਬ ਦਾ ਪੈਸਾ ਲੁੱਟ ਕੇ ਕੌਣ ਖਾ ਰਿਹਾ ਮੇਵਾ, ਸਰਕਾਰ ਮਾੜੀ ਜਾਂ ਅਫਸਰਸ਼ਾਹੀ, ਲੋਕਾਂ ਦੀ ਇਹ ਦੁਵਿਧਾ, ਸਰਕਾਰ ਮਾੜੀ ਜਾਂ ਅਫਸਰਸ਼ਾਹੀ, ਲੋਕਾਂ ਦੀ ਇਹ ਦੁਵਿਧਾ, ਕਤਾਰਾਂ ਦੇ ਵਿੱਚ ਖੜਿਆਂ ਨੂੰ ਕੌਣ ਦੇਊਗਾ ਸੁਵਿਧਾ, ਕਦੋਂ ਮਿਲੂਗੀ ਸੁਵਿਧਾ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ। ਕਦੋਂ ਮਿਲੂਗੀ ਸੁਵਿਧਾ ਤੇ ਕੌਣ ਦਊਗਾ ਇਹ ਤਾਂ ਪੰਜਾਬ ਦੀ ਸਰਕਾਰ ਹੀ ਦੱਸ ਸਕਦੀ ਹੈ। ਸੋ ਇਹ ਸੀ ਜੀ ਸਾਡੀ ਅੱਜ ਦੀ ਖਾਸ ਗੱਲਬਾਤ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਨਵੇਂ ਮੁੱਦੇ ਦੇ ਨਾਲ। ਉਦੋਂ ਤੱਕ ਜੁੜੇ ਰਹੋ ਸਾਡੇ ਚੈਨਲ ਦੇ ਨਾਲ। ਸਤਿ ਸ਼੍ਰੀ ਅਕਾਲ।